ਇਹ ਜਿਹੜਾ ਪਿੰਕੀ ਕੇਸ ਹੈ ਇਹ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ? ਯਾਰ ਬੜੀ ਦੇਰ ਦਾ ਚੱਲ ਰਿਹਾ ਇਹ ਬਸ ਇਹ ਹੈ ਕਿ ਕਰਾਚੀ 'ਚ ਇਹਨੇ ਕੋਈ ਕੰਮ ਪਾਇਆ ਨਾ ਉੱਥੇ ਲੋਕ ਖਿਲਾਫ ਹੋਏ ਉਹਨਾਂ ਨੇ ਕਿਹਾ ਜੇ ਪੰਜਾਬ ਵਾਲਿਆਂ ਨੂੰ ਛੱਡ ਰਹੇ ਨੇ ਅਸੀਂ ਇਹਨੂੰ ਕਰ ਦੇਣਾ ਤੇ ਲੇਕਿਨ ਇਹ ਹੈਗਾ ਪੰਡੋਰਾ ਬਕਸੀ ਹੈ ਨਾ ਬਣਿਆ ਲੋਕਾਂ ਦੇ ਯਾਨੀ ਕਿ ਕੋਕੇਨ ਬੜਾ ਮਹਿੰਗਾ ਨਸ਼ਾ ਹੈਗਾ ਤੇ ਮਹਿੰਗੇ ਲੋਕ ਸਾਰੇ DH ਆ ਜਾਏਗਾ ਫਲਾਣਾ ਸਾਰੇ ਕਿਉਂਕਿ ਨਸ਼ਈ ਜਿਹੜਾ ਹੈਗਾ ਉਹ ਹੋਰ ਉਹਨਾਂ ਦੀ ਬੁਰੀ ਹਾਲਤ ਹੋ ਰਹੀ ਹੈਗੀ ਸਕਿਆ ਦੇ ਅੰਦਰ ਹੁਣ ਤੇ ਨੈਟਵਰਕਿੰਗ ਤਬਾਹ ਹੋ ਜਾਏ ਦੇਖੋ ਨਾ ਇੱਕ ਪਾਣੀ ਦੀ ਛਬੀਲ ਲੱਗੀ ਹੋਈ ਹੈ ਤੇ ਜੇ ਉਹਨੂੰ ਬੰਦ ਕਰ ਦੇ ਪਾਣੀ ਨਾ ਆਵੇ ਸਾਡੇ ਟੈਂਕੀ ਹੈਗੀ ਇੱਕ ਦਿਨ ਨਾ ਭਰੇ ਸਾਨੂੰ ਮੁਸੀਬਤ ਪੈ ਜਾਂਦੀ ਹੈ ਤੇ ਉਹਨਾਂ ਦਾ ਕੀ ਹਾਲ ਹੋ ਰਿਹਾ ਹੈ ਆ ਸੁਣਿਆ ਉੱਥੇ ਉਹ ਜਿਹੜੇ ਨਸ਼ਈ ਨੇ ਉਹਨਾਂ ਨੇ ਜਲੂਸ ਕੱਢਿਆ ਪਿੰਕੀ ਕੋ ਰਹਾ ਕਰੋ ਫਿਰ ਐਸੀ ਕੁੱਟੋ ਦੇ ਦੌਰ ਦੇ ਨਾ ਜਿਹੜੇ ਸੀ ਅਫੀਮ ਇਹਦੇ ਠੇਕੇ ਬੰਦ ਹੋਏ ਸੀ ਤੇ ਅਫੀਮ 'ਚ ਜਿਹੜੇ ਸੀ ਨਾ ਉਹ ਤਾਲਿਆਂ ਨਾਲ ਅੱਖਾਂ ਲਾ ਕੇ ਰੋ ਰਹੇ ਸੀ ਜਿਹੜੇ ਠੇਕਿਆਂ ਨੂੰ ਤਾਲੇ ਲੱਗੇ ਸੀ ਨਾ ਤਾਲਿਆਂ ਨੂੰ ਅੱਖਾਂ ਲਾ ਕੇ ਰੋ ਰਹੇ ਸੀ ਭੁੱਟੋ ਤੇ ਆਪ ਕਹਿੰਦਾ ਸੀ ਪੀਤਾ ਹੂੰ ਮਗਰ ਥੋੜੀ ਸੀ ਜਮਾਤ ਇਸਲਾਮੀ ਬੜੀ ਤੇਜ਼ ਹੈ ਨਾ ਗੱਲਾਂ ਨੂੰ ਥੋੜਾ ਜਿਹਾ ਆਪਣੀਆਂ ਲੁਕਾ ਜਾਂਦੇ ਨੇ ਆਪਣਾ ਨਹੀਂ ਦੱਸਦੇ ਕਿ ਮਨਸੂਰਾ ਜਿਹੜਾ ਬਣਾਇਆ ਸਨਾਈ ਫਿਲਮ ਸਟੂਡੀਓ ਹੁੰਦਾ ਸੀ ਇਹਦੀ ਨਹੀਂ ਜ਼ਿਕਰ ਕਰਦਾ ਫਿਲਮੀ ਹਰਕਤਾਂ ਉੱਥੇ ਹੀ ਸ਼ੁਰੂ ਕੀਤੀਆਂ ਇਹਨਾਂ ਨੇ ਜਿਹੜਾ ਕਾਜ਼ੀ ਹੈ ਨਾ ਆ ਜਾ ਕਾਜ਼ੀ ਤੈਨੂੰ ਅੱਖੀਆਂ ਉਡੀਕਦੀਆਂ ਤੇ ਕਾਜ਼ੀ ਦੇ ਨਾਰੇ ਵੱਜਣਗੇ ਜ਼ਾਲਮੋ ਕਾਜ਼ੀ ਆ ਰਿਹਾ ਫਿਲਮੀ ਹਰਕਤਾਂ ਉਸ ਜ਼ਾਲਮੋ ਕਾਜ਼ੀ ਆ ਰਿਹਾ ਉਹ ਜਿਹੜੀ ਜਗ੍ਹਾ ਹੁੰਦੀ ਨਾ ਉਹਦਾ ਖਮੀਰ ਹੁੰਦਾ ਲਾਜ਼ਮੀ ਯਾਨੀ ਕਿ ਜਿਸ ਜਗ੍ਹਾ ਇੱਕ ਦਫਾ ਮੈਂ ਤੁਹਾਨੂੰ ਖਮੀਰ ਦੀ ਗੱਲ ਦੱਸਣਾ ਵਾ ਉਹ ਤੁਹਾਨੂੰ ਜੀ ਸਨਾਈ ਫਿਲਮ ਸਟੂਡੀਓ ਦੀ ਗੱਲ ਦੱਸ ਦਿੱਤੀ ਉਹਦੇ ਬਾਅਦ ਸਾਡਾ ਇਹ ਬ੍ਰਾਂਚ ਹੈਗੀ ਸੀ ਬਲਾਕ ਇੱਥੇ ਮਾਡਲ ਟਾਊਨ ਬ੍ਰਾਂਚ ਪੰਜਾਬ ਬੈਂਕ ਦੀ ਤੇ ਉੱਥੇ ਮੈਨੇਜਰ ਇੱਕ ਦਿਨ ਆਏ ਅਸੀਂ ਬੈਠੇ ਹੋਏ ਸੀ ਰਿਲੈਕਸ ਕਰ ਰਹੇ ਸੀ ਤੇ ਕਹਿੰਦਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੀ ਬ੍ਰਾਂਚ ਕਿੰਨੀ ਮੌਕੇ ਦੀ ਜਗ੍ਹਾ ਹੈਗੀ ਸੀ ਬਲਾਕ ਕਮਰਸ਼ੀਅਲ ਏਰੀਆ ਜੀ ਉੱਥੇ ਇੱਥੇ ਇੰਨਾ ਕਲਾਇੰਟ ਨਹੀਂ ਹੈਗਾ ਕੋਈ ਨੌਸਤ ਪਈ ਹੋਈ ਹੈ ਇਸ ਜਗ੍ਹਾ 'ਤੇ ਉਹਨੇ ਗੱਲ ਕੀਤੀ ਅਸੀਂ ਸੁਣ ਲਈ ਅਸੀਂ ਵਜ਼ਾਹਤ ਵੀ ਨਹੀਂ ਕਰ ਸਕਦੇ ਸੀ ਕਿਹੜਾ ਕੋਈ ਲੋਕਲ ਹੈ ਉਹਦੇ ਬਾਅਦ ਕੁਛ ਮਹੀਨਿਆਂ ਬਾਅਦ ਨਾ ਉੱਥੇ ਖੁਦਾਈ ਹੋਈ ਨਾਲ ਇੱਕ ਪਲਾਜ਼ਾ ਸੀ ਉਹਨਾਂ ਨੂੰ ਕੰਮ ਕਰਾਉਣਾ ਸੀ ਉਹਨੇ ਖੁਦਾਈ ਥੱਲੇ ਉਹ ਨਿਕਲੀਆਂ ਖੋਪੜੀਆਂ ਤੇ ਹੱਡੀਆਂ ਉਹਨੇ ਕਿਹਾ ਤੋਬਾ ਉਹ ਗੱਲ ਪੀਐਨ ਨੇ ਦੱਸਿਆ ਕਹਿੰਦੇ ਹੱਡੀਆਂ ਕਹਿੰਦਾ ਤੋਬਾ ਮੈਂ ਪਹਿਲੇ ਦਿਮਾਗ 'ਚ ਮੇਰੇ ਆਉਂਦਾ ਸੀ ਕਿ ਕੋਈ ਨੌਸਤ ਹੈਗੀ ਤੇ ਕਹਿੰਦਾ ਕਬਰਸਤਾਨ ਤੋਂ ਸਾਨੂੰ ਦਿਖਾਇਆ ਬਿਲਡਿੰਗ ਦੇ ਨਾਲ ਕਹਿੰਦਾ ਨੌਸਤ ਨੇ ਵੇਖਦੇ ਹੋਰ ਕੀ ਹੋ ਇਹਨਾਂ ਨੇ ਸਨਾਈ ਫਿਲਮ ਸਟੂਡੀਓ ਵਾਲੀ ਗੱਲ ਕਦੀ ਕੱਢੀ ਨਹੀਂ ਇਹਨਾਂ ਨੇ ਆਣੇ ਪਾਣੇ ਦੇ ਕੇ ਲਿੱਤਾ ਉਹਦੇ ਕੋਲੋਂ ਉਸ ਵੇਲੇ ਜ਼ਿਆਉਲ ਕੋਲ ਪੈਸਾ ਹੈ ਨਾ ਜਿਹੜੇ ਅਜ਼ਾਨ ਦਾ ਰੇਟ ਪਤਾ ਤੁਹਾਨੂੰ ਉਹਨਾਂ ਨੂੰ ਜਮਾਤ ਇਸਲਾਮੀ 20 ਰੁਪਏ ਮੈਂ ਖਲੋ ਨਹੀਂ 15 ਰੁਪਏ ਮਜ਼ਦੂਰ ਦੀ ਦਿਹਾੜੀ 10 ਰੁਪਏ ਤੇ ਇਹ 400 ਅਜ਼ਾਨਾਂ ਦਾ ਬਿੱਲ ਬਣਾ ਕੇ ਲਾਇਆ ਸੀ ਮੌਲਵੀ ਤੇ ISI ਵਾਲਿਆਂ ਨੇ ਮਜ਼ਾਕ ਕੀਤਾ ਕਹਿੰਦਾ ਸਾਰਾ ਦਿਨ ਅਜ਼ਾਨੇ ਦਿੰਦੇ ਤੇ ਹੋਰ ਕੋਈ ਕੰਮ ਨਹੀਂ ਕੀਤਾ ਇਹਨੇ ਨਾ ਕੇ ਆ ਗਏ ਤੇ 400 ਰੁਪਏ ਦਾ ਬਿੱਲ ਵਸੂਲ ਕਰ ਤੇ ਉਹ ਬਗੈਰ ਤੇ ਫਿਰ ਇੱਥੇ ਭੇਖੇਵਾਲ ਮੋੜ ਹੈਗਾ ਉਹਦੇ ਤੇ ਗੁਲੇਲਾਂ ਦੇ ਨਾਲ ਕਾਲਾ ਪੇਂਟ ਸੁੱਟਦੇ ਸੀ ਉਹਨਾਂ ਦਾ 5-10 ਲੱਖ ਰੁਪਏ ਦਾ ਬੋਰਡ ਬਰਬਾਦ ਕਰ ਦਿੰਦੇ ਸੀ ਉਹਨਾਂ ਨੇ ਪਹਿਲਾਂ ਸਮਝਿਆ ਕਿ ਅਗਵਾਨੀ ਕਰ ਰਹੇ ਨੇ ਇਹ ਕੰਮ ਉਹਨਾਂ ਨੇ ਫਿਰ ਬੰਦੇ ਲਾਤੇ ਡਿਊਟੀ ਲਾਤੀ ਕਿ ਵੀ ਚੈੱਕ ਕਰੋ 24 ਘੰਟੇ ਉਹ ਪਤਾ ਚੱਲਿਆ ਜੀ ਮਨਸੂਰਾ ਤੋਂ ਆਉਂਦੇ ਨੇ ਮੁੰਡੇ ਚੈੱਕ ਕਰਕੇ ਚਲੇ ਜਾਂਦੇ ਇਹ ਫਿਰ ਮਨਸੂਰਾ ਪਹੁੰਚੇ ਤੇ ਉਹਨਾਂ ਨੇ ਕਹਿ दी कोई मसला नहीं मसला हल कर देते आप आए हैं इतनी बड़ी कंपनी के करोड़ों की कंपनी के आदमी मानते हैं आपका वाकई नुकसान हो जाता है चंदा जमा करो हाँ उन्होंने कहा जी ऐसे फलाना फंड है वो देना यार इनको अकाउंट नंबर वो फलाने अकाउंट तो आ रहे हैं पैसे वजह दिक्कत आ रहे फोन किसी बोर्ड से हमला नहीं है उन्हें अल्ताफ हुसैन के जमाने च नवाज शरीफ ने एक जलसा कराया निश्चित पा के उन्हें ठेका लै लिया कि जी असीं जलसा तुहाडा कराने जिन्हें सानू लाइक या जो साढ़े जलसियां चाहते हैं तुहाडी भी तुहानूं को बड़ा खुश होया उन्हें कर दिता ਉਹਦੇ ਬਾਅਦ ਜਲਸੇ ਤੋਂ ਬਾਅਦ ਉਹਨੂੰ ਪਤਾ ਚੱਲਿਆ ਕਿ ਜੀ ਫੀ ਪੈਟਰੋਲ ਪੰਪ ਇਹਨਾਂ ਨੇ 10-10 ਹਜ਼ਾਰ ਰੁਪਇਆ ਲਿੱਤਾ ਸੀ ਫੀ ਪੈਟਰੋਲ ਪੰਪ ਪੈਸੇ ਚੰਦਾ ਕੀਤਾ ਕਿ ਜੀ ਨਵਾਜ਼ ਸ਼ਰੀਫ ਸਾਹਿਬ ਦਾ ਜਲਸਾ ਪੈਸਾ ਮਾਰਕੀਟ ਆਪਣੀ ਉਹ ਕਹਿੰਦਾ ਮੇਰੀ ਤੋਬਾ ਮੈਂ ਦੁਬਾਰਾ ਤੱਕ ਜਲਸਾ ਕਿ ਮੇਰੇ ਨਾਂ ਤੇ ਖਾ ਗਏ ਪੈਸੇ ਕੌਣ ਕਹਿੰਦੇ ਨਵਾਜ਼ ਸ਼ਰੀਫ ਨੂੰ ਪਤਾ ਚੱਲ ਗਿਆ ਨਾ ਕਿ ਅਲਤਾਫ ਭਾਈ ਨੇ ਆ ਕੰਮ ਕਰਾਇਆ ਸੀ ਉਹਨੇ ਕਿਹਾ ਮੇਰੀ ਤੋਬਾ ਦੁਬਾਰਾ ਜਲਸਾ ਅੱਛਾ ਸਰ ਜੀ ਤੁਸੀਂ ਇਹ ਦੱਸੋ ਕਿ ਕੋਈ ਪਾਰਟੀ ਕੋਈ ਲੋਕ ਕੋਈ ਗਰੁੱਪ ਕੋਈ ਤਨਜ਼ੀਮ ਸਹੀ ਤੁਹਾਡੀ ਨਜ਼ਰ 'ਚ ਈਦੀ ਸੀ ਤਨਜ਼ੀਮ ਦੇ ਕੋਲ ਵੀ ਈਦੀ ਸੀ ਕਿਹਦੀ ਈਦੀ ਅਬਦੁਲ ਸਤਾਰ ਦੀ ਅੱਛਾ हाँ उन्हें लॉयल होकर काम किया है सादा बंदा से कोई करप्शन नहीं हूँ अजकल है अमजद साकिब साहब
ਅੱਛਾ ਤੇ ਨਾ ਬੰਦੇ ਅੱਛੇ ਵੀ ਕਰਨੇ। ਹੂੰ ਅਨਸਾਰ ਬੰਨੇ ਨੂੰ ਬੜਾ ਕਹਿੰਦੇ ਸੀ, ਉਹਦਾ ਵੀ ਜਲੀਲ ਹੋ ਗਿਆ। ਉਹਨੇ ਕਿਹਾ ਜੀ ਬੰਦੇ ਭੇਜਦਾ ਬਾਹਰ, ਹੂੰ ਇਨਸਾਨੀ ਸਮਗਲਰ ਉਹਦੇ ਭਰਾ ਨੇ ਕੀਤਾ। ਉਹ ਜ਼ਾਹਿਰ ਨਾ ਤਾਂ ਉਹਦੀ ਹੈ। ਜੀ ਗੱਲ ਇਹ ਵੇ ਕਿ ਮੈਂ ਤੇ ਪਾਕਿਸਤਾਨ ਵਿੱਚ ਅਗਰ ਉਹ ਕੀ ਉਹਨੂੰ ਕਹਿੰਦੇ ਨੇ, ਇੱਥੇ ਹਾਲਾਤ ਇਹੋ ਜਿਹੇ ਨੇ ਕਿ ਇੱਟ ਪੁੱਟੀਆਂ ਜਿਸ ਤਰ੍ਹਾਂ ਨਹੀਂ ਉਹ ਗਡੋਏ ਨਿਕਲਦੇ। ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਭੁੱਖ ਹੈਗੀ ਹੈ, ਇਹ ਗੁਲਾਮ ਮਾਸ਼ਰਾ ਹੈਗਾ। ਗੁਲਾਮ ਮਾਸ਼ਰਾ ਨਾ ਕਦੀ ਉਹ ਮੁਤਮਿਨ ਨਹੀਂ ਹੁੰਦਾ, ਉਹਨੂੰ ਕੱਲ ਦਾ ਨਹੀਂ ਪਤਾ। ਗੁਲਾਮ ਜਿਹੜਾ ਹੁੰਦਾ ਨਾ, ਗੁਲਾਮ ਦੀ ਸ਼ਿਕਾਇਤ ਕਰਦਾ ਬਾਦਸ਼ਾਹ ਦੇ ਅੱਗੇ ਕਿ ਉਹ ਇਹ ਕਰ, ਉਹ ਜਾ ਕੇ ਉਹਦੀ ਸ਼ਿਕਾਇਤ ਕਰ। ਇਹ ਸਾਡਾ, ਅਸੀਂ ਵੀ ਉਸੇ ਮਾਸ਼ਰੇ ਦੇ ਅੰਦਰ ਗੁਲਾਮ ਮਾਸ਼ਰੇ, ਠੀਕ ਹੋ ਅਦਮ ਤਹਫੁਜ਼ ਦਾ ਸ਼ਿਕਾਰ ਹੈ। ਭੁੱਖ ਨਹੀਂ ਖਤਮ ਹੋਈ ਸਾਡੀ। ਸਾਡੇ ਖੂਨ 'ਚ ਜਿਹੜੀ ਹੈ ਨਾ ਉਹ ਗੁਲਾਮੀ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਭੁੱਖ ਦੇ ਬਾਰੇ ਨਾਲ ਦੱਸਣਾ, ਬੜੀ ਮਜ਼ੇਦਾਰ। ਇਹ ਸਾਡੀ ਦਿਮਾਗ ਦੀ ਖੇਡ ਹੈਗੀ ਭੁੱਖ ਜਿਹੜੀ ਹੈ ਜੀ। ਇਹ ਮੈਂ ਕਿਹਾ ਤੁਸੀਂ ਵੀ ਇਹ ਗਾਣੇ ਸੁਣੀ ਹੋਈ ਜੀ ਕਿ ਤੁਸੀਂ ਅਜੇ ਖੁਰਾਕ ਖਾਂਦੇ ਹੋ, ਅਜੇ ਮੈਦੇ ਦਾ ਹਿੱਸਾ ਨਹੀਂ ਬਣਦੀ, ਲੇਕਿਨ ਤੁਹਾਡਾ ਦਿਮਾਗ ਸਿਗਨਲ ਦੇ ਦਿੰਦਾ ਜੀ ਆ ਗਈ ਖੁਰਾਕ। ਤੁਹਾਡੀ ਉਹ ਭੁੱਖ ਖਤਮ ਹੋ ਜਾਂਦੀ ਹੈ। ਤੁਸੀਂ ਅਜੇ ਬੋਇਲ ਹੈ ਨਾ, ਤੁਹਾਡੇ ਹਲਕ 'ਚ ਹੀ ਹੈਗਾ, ਅੰਦਰ ਵੀ ਨਹੀਂ ਗਿਆ, ਲੇਕਿਨ ਦਿਮਾਗ ਨੇ ਉਧਰ ਓਕੇ ਕਰ ਦਿੱਤਾ ਕਿ ਜੀ ਖੁਰਾਕ ਆ ਗਈ। ਤੇ ਇਹ ਕਈ ਮਾਮਲਾਤ ਐਸੇ ਹੁੰਦੇ ਨੇ ਕਿ ਜਿਹੜੇ ਫੁੱਲ ਸੈਟਿਸਫਾਈ ਹੋਣ ਤੋਂ ਪਹਿਲੇ ਯਾਨੀ ਕਿ ਸਿਗਨਲ ਤੁਹਾਡਾ ਦਿਮਾਗ ਦੇ ਦਿੰਦਾ। ਫਿਰ ਜਿਸ ਤਰ੍ਹਾਂ ਤੁਸੀਂ ਉਹਦਾ ਦੱਸਿਆ ਸੀ ਤਜ਼ਦੀਕ ਦਾ ਕਿ ਉਹ 70% ਸੜਿਆ ਸੀ, ਮੈਨੂੰ ਤਾਂ 70 ਦਾ ਨਹੀਂ ਪਤਾ ਸੀ, ਮੈਂ ਸਮਝਿਆ ਸੀ 45। ਤੇ ਉਹਦੇ ਦਿਮਾਗ ਨੇ ਦਿਮਾਗ ਉਹਦੀ ਹਾਜ਼ਰੀ ਲਾ ਰਿਹਾ ਸੀ ਜਿਸਮ ਦੇ ਹਿੱਸਿਆਂ ਦੀ। ਉਦੋਂ ਜਦੋਂ ਆਇਆ ਫਲਾਨੀ ਜਗ੍ਹਾ ਵੀ ਓਕੇ ਨਹੀਂ ਹੈਗੀ, ਫਲਾਨੀ, ਉਹਨੇ ਕਿਹਾ ਬੰਦ ਕਰੋ, ਦੁਕਾਨ ਹੀ ਬੰਦ ਕਰੋ। ਇਹ ਦਿਮਾਗ ਨੇ ਸਿਗਨਲ ਦਿੱਤਾ ਉਹਨੂੰ ਕਿ ਵੀ ਬਸ। ਕਿਹਨੂੰ ਜੀ? ਉਹ ਸਾਡਾ ਦੋਸਤ ਹੈਗਾ ਸੀ ਤੇ ਉਹ ਸੜ ਗਿਆ ਸੀ, ਤੇ 70% ਤਕਰੀਬਨ ਸੜ ਗਿਆ ਸੀ। ਅੱਛਾ, ਉਹ ਦਿਮਾਗ ਸਿਗਨਲ ਦਿੰਦਾ ਨਾ, ਹਾਜ਼ਰੀ ਲਾਉਂਦਾ ਨਾ ਤੁਹਾਡੇ ਜਿਸਮ ਦੀ ਪੂਰੀ। ਇਹਨਾਂ ਤਸਦੀਕ ਇਕਬਾਲ ਬਾਬੂ ਸਵਾਦ ਦੇ ਇੱਕ ਪ੍ਰਾਇਮਰੀ ਸਕੂਲ ਦੇ ਹੈਡਮਾਸਟਰ ਸਨ, ਮੇਰੇ ਫੇਸਬੁੱਕ ਦੋਸਤ ਸਨ। ਦੋਸਤ। ਮੈਂ ਇਹਨਾਂ ਦੇ ਨਾਲ ਤਾਰਫ ਕਰਾ